ਇਹ ਦੇਸ਼ ਦੀ ਹਾਲਾਤ ਬਦਲ ਰਿਹਾ। ਤੁਸੀਂ ਦੇਖੋ ਵੀ ਕਰੋੜਾਂ ਲੋਕਾਂ ਨੂੰ ਘਰ ਮਿਲ ਗਿਆ ਆਵਾਸ ਯੋਜਨਾ ਤਹਿਤ, ਜਿਨ੍ਹਾਂ ਦੇ ਕੋਲ ਛੱਤ ਨਹੀਂ ਸੀ। ਕਿਉਂਕਿ ਸਭ ਤੋਂ ਪਹਿਲਾਂ ਗੁੱਡ ਗਵਰਨੈਂਸ ਦਾ ਕੰਮ ਕੀ ਹੁੰਦਾ ਵੀ ਮੂਲਭੂਤ ਸੁਵਿਧਾਵਾਂ ਜਿਹੜੀਆਂ ਥੱਲੜੀਆਂ ਸੁਵਿਧਾਵਾਂ ਉਹ ਲੋਕਾਂ ਨੂੰ ਮਿਲੇ। ਜੇ ਕਿਸੇ ਕੋਲ ਛੱਤ ਹੀ ਨਹੀਂ ਹੈ ਤੇ ਫਿਰ ਉਹ ਦੇਸ਼ ਦੇ ਵਿੱਚ ਕਿੱਦਾਂ ਮਤਲਬ ਸਰਵਾਈਵ ਕਰੂਗਾ। ਤੇ ਪਹਿਲਾਂ ਕਰੋੜਾਂ ਘਰ ਦਿੱਤੇ ਗਏ ਆ। ਤੁਸੀਂ ਦੇਖੋ ਕਰੋਨਾ ਦੇ ਵਿੱਚ ਸਭ ਤੋਂ ਤੇਜ਼ ਟੀਕਾਕਰਨ ਦੀ ਜੇ ਮੁਹਿੰਮ ਆ ਉਹ 1 ਨੰਬਰ ਦੇ ਦੇਸ਼ ਹੈ ਦੁਨੀਆ ਦੇ ਵਿੱਚ। ਸਭ ਤੋਂ ਪਹਿਲਾਂ ਕਰੋਨਾ ਦਾ ਟੀਕਾ ਫ੍ਰੀ, ਜਦੋਂ ਲੋਕੀ ਕਲੋਲ ਕਰਦੇ ਸੀ ਵੀ ਇਹ ਤਾਂ ਹੁਣ ਪੈਸਿਆਂ ਦੇ ਵਾਸਤੇ, ਇਹ ਤਾਂ ਹੁਣ ਕਰੋਨਾ ਦੇ ਟੀਕਿਆਂ ਦੇ ਪੈਸੇ ਲੈਣੇ ਆ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਸਭ ਨੂੰ ਫ੍ਰੀ ਟੀਕਾਕਰਨ ਕੀਤਾ, ਸਭ ਤੋਂ ਤੇਜ਼ ਕੀਤਾ। ਅੱਜ ਜਿਹੜੇ ਪੇਪਰ ਹੁੰਦੇ ਸੀਗੇ, ਜਿਹੜੇ BSF ਦੇ ਪੇਪਰ ਸੀ, CRP ਦੇ ਸੀਗੇ ਜਾਂ ਦੂਜੇ ਪੇਪਰ ਸੀਗੇ ਜਾਂ ਇੰਟੈਲੀਜੈਂਸ ਬਿਊਰੋ ਦੇ ਪੇਪਰ, ਕੇਂਦਰ ਸਰਕਾਰ ਨਾਲ ਸੰਬੰਧਿਤ ਜਿਹੜੇ ਚੀਜ਼ਾਂ ਹੁੰਦੇ ਸੀ ਉਹਦੇ ਪੇਪਰ ਅੱਗੇ ਕੀ ਹੁੰਦੇ ਸੀ, ਇੰਗਲਿਸ਼ 'ਚ ਹੁੰਦੇ ਸੀ, ਫਿਰ ਬਾਅਦ 'ਚੋਂ ਹਿੰਦੀ 'ਚ ਹੋਏ ਸੀ। ਪਰ ਇਹ ਉਹਨਾਂ ਨੇ ਕੀ ਕੀਤਾ, ਮਾਤਰ ਭੂਮੀ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਪੰਜਾਬੀ 'ਚ ਦੇ ਸਕਦੇ। ਸਾਡੇ ਵਾਸਤੇ ਕਿੱਡੀ ਮਾਣ ਦੀ ਗੱਲ ਹੈ। ਗੁਜਰਾਤ ਵਾਲਾ ਗੁਜਰਾਤੀ ਦੇ ਸਕਦਾ, ਕੋਈ ਮਰਾਠੀ ਵਾਲਾ ਮਰਾਠੀ 'ਚ ਦੇ ਸਕਦਾ। ਇਹ ਬੜਾ ਵੱਡਾ ਉਹਨਾਂ ਨੇ ਕੰਮ ਕੀਤਾ। ਇਹ ਦੇਸ਼ ਦੀ ਸੰਸਕ੍ਰਿਤੀ ਨੂੰ ਬੜਾਵਾ ਦਿੱਤਾ। ਉਹ ਸਾਰੇ ਉਹ ਹਰ ਵਿਅਕਤੀ ਦਾ ਸਨਮਾਨ ਹੁੰਦਾ ਜਿਹੜਾ ਦੇਸ਼ 'ਚ ਰਹਿੰਦਾ। ਉਹ ਮੈਂ ਸਮਝਦਾ ਜਿੱਤੇ ਕਹਿੰਦੇ ਸੀ 56 ਇੰਚ ਦਾ ਸੀਨਾ ਕਹਿੰਦੇ ਸੀ ਮੋਦੀ ਸਾਹਿਬ ਦਾ, ਮੈਂ ਕਹਿੰਦਾ ਜਦੋਂ ਪ੍ਰਧਾਨ ਮੰਤਰੀ ਦੇ ਪੈਰੀ ਹੱਥ ਇੱਕ ਪ੍ਰਧਾਨ ਮੰਤਰੀ ਨੇ ਲਾਏ, ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਬੋਸ ਕਹਿ ਰਿਹਾ ਵੀ ਇਹ ਬੋਸ ਹੈ, ਤੇ ਫਿਰ ਉਹ ਸਾਡਾ ਸੀਨਾ ਵੀ 56 ਇੰਚ ਦਾ, ਮਤਲਬ ਕਹਿਣ ਦਾ ਮਤਲਬ ਹੁੰਦਾ ਚੌੜਾ ਹੋ ਜਾਂਦਾ ਸਾਡਾ ਸੀਨਾ। ਸਾਡਾ ਜਦੋਂ ਸਾਡੇ ਕੋਲ 2 ਸੀਟਾਂ ਸੀ, ਅਟਲ ਬਿਹਾਰੀ ਵਾਜਪੇਈ ਸਾਹਿਬ ਕਹਿੰਦੇ ਸੀ ਕੋਈ ਨਹੀਂ ਕਮਲ ਖਿਲੇਗਾ, ਹਮ ਕਾਮ ਪੇ ਕਮਲ ਖਿਲਾਏਂਗੇ। ਤੇ ਕੰਮ ਤੇ ਕਮਲ ਖਿਲਿਆ, ਕੰਮ ਕਰ ਰਹੇ ਆ ਤੇ ਕਮਲ ਖਿਲਿਆ। ਜਿਸ ਸਟੇਟ ਦੇ ਵਿੱਚ ਕਮਲ ਖਿਲ ਜਾਂਦਾ ਹੈ, ਭਾਜਪਾ ਦੀ ਸਰਕਾਰ ਆ ਜਾਂਦੀ ਹੈ, ਉਹ ਸਟੇਟ ਤਰੱਕੀ ਕਰ ਜਾਂਦੀ ਹੈ। ਗੁਜਰਾਤ ਦੇਖੋ ਅੱਜ ਗੁਜਰਾਤ ਕਿੰਨਾ ਤਰੱਕੀ ਕਰ ਰਿਹਾ। ਉੱਥੇ ਇੱਕ ਡੁਲੇਰਾ ਸਿਟੀ ਬਣ ਰਹੀ ਹੈ ਜਿਹੜੀ ਵਰਲਡ ਲੈਵਲ ਤੇ ਦੁਬਈ ਤੋਂ ਵੀ ਵਧੀਆ ਬਣ ਰਹੀ ਹੈ। ਨੇ ਇਸ ਯੂਪੀ ਬਿਹਾਰ ਦੀ ਮੋਲ ਦਿੰਦੇ ਵੀ ਉੱਥੇ ਕਿਹਾ ਨਹੀਂ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਕਿਹਾ ਕਿ ਜੇ ਯੋਗੀ ਸਾਹਿਬ ਹੁੰਦੇ ਤੇ ਭਾਜਪਾ ਦੀ ਸਰਕਾਰ ਹੁੰਦੀ ਤੇ ਸ਼ਾਇਦ ਇੱਥੇ ਮੇਰਾ ਪੁੱਤ ਨਾ ਮਰਦਾ। AVP ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਸਿਮਰਨ। ਸੋ ਅੱਜ ਕੇਂਦਰ ਦੀ ਮੋਦੀ ਸਰਕਾਰ BJP ਦੀ ਗੱਲ ਕਰੀਏ ਤਾਂ ਅੱਜ ਪੂਰੇ 9 ਸਾਲ ਹੋ ਗਏ ਨੇ, ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ। ਸੋ ਉਸੇ ਦੇ ਤਹਿਤ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ BJP ਦੇ ਲੀਡਰ ਗੁਰਦੀਪ ਸਿੰਘ ਗੋਸ਼ਾ ਜੀ ਨਾਲ, ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, AVP ਨਿਊਜ਼ 'ਚ ਤੁਹਾਡਾ ਸਤਿ ਸ਼੍ਰੀ ਅਕਾਲ ਸਿਮਰਨ ਜੀ। AVP ਨਿਊਜ਼ ਤੁਹਾਡਾ ਤੇ ਸਰੋਤਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਬਿਲਕੁਲ ਸਰ, ਇੱਕ ਤਾਂ ਫਸਟ ਤਾਂ ਕੰਗ੍ਰੈਚੁਲੇਸ਼ਨ ਸਰ, ਅੱਜ ਪੂਰੇ 9 ਸਾਲ ਹੋ ਗਏ BJP ਸਰਕਾਰ ਨੂੰ। ਤਾਂ ਸਰ ਕੀ ਕਹਿਣਾ ਹੈ 9 ਸਾਲ ਦੇ ਵਿੱਚ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਦੇਖੋ 9 ਸਾਲ ਦੇ ਵਿੱਚ ਮੇਨ ਕੰਮ ਕੀ ਹੁੰਦਾ ਵੀ ਦੇਸ਼ ਦੀ ਅਰਥ ਵਿਵਸਥਾ, ਦੇਸ਼ ਦੀ ਦਸ਼ਾ ਤੇ ਦਿਸ਼ਾ ਸਹੀ ਰਸਤੇ 'ਚ ਜਾਵੇ। ਤੇ ਮੈਂ ਸਮਝਦਾ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ, ਦੇਸ਼ ਤਰੱਕੀ ਵੱਲ ਜਾ ਰਿਹਾ। ਜਿਹੜੀ ਅਰਥ ਵਿਵਸਥਾ ਚਕਨਾਚੂਰ ਸੀਗੀ ਵੀ, ਅਰਥ ਵਿਵਸਥਾ ਬੜੀ ਮਾੜੀ ਹੈ ਦੇਸ਼ ਦੀ, ਬੜਾ ਮਾੜਾ ਗਿਣਿਆ ਜਾਂਦਾ ਸੀ। ਅੱਜ ਉਹ 5ਵੇਂ ਨੰਬਰ 'ਤੇ ਆ, ਜਿਹਦੇ ਵਿੱਚ ਬ੍ਰਿਟੇਨ ਵਰਗੇ ਦੇਸ਼ ਵੀ ਪਿੱਛੇ ਛੱਡਤੇ, ਆਸਟ੍ਰੇਲੀਆ ਵਰਗੇ ਦੇਸ਼ ਵੀ ਪਿੱਛੇ ਛੱਡਤੇ। ਅੱਜ ਅਸੀਂ 5ਵੇਂ ਨੰਬਰ 'ਤੇ ਆ ਗਏ। ਜਿਸ ਹਿਸਾਬ ਨਾਲ ਚੱਲ ਰਹੀ ਹੈ ਤੇ ਬੜੀ ਜਲਦੀ ਅਸੀਂ 3ਜੇ ਨੰਬਰ 'ਤੇ ਵੀ ਹੋਵਾਂਗੇ। ਤੁਸੀਂ ਦੇਖੋ ਕਰੋਨਾ ਦੇ ਵਿੱਚ ਸਭ ਤੋਂ ਤੇਜ਼ ਟੀਕਾਕਰਨ ਦੀ ਜੇ ਮੁਹਿੰਮ ਆ ਉਹ 1 ਨੰਬਰ ਦੇ ਦੇਸ਼ ਹੈ ਦੁਨੀਆ ਦੇ ਵਿੱਚ। ਸਭ ਤੋਂ ਪਹਿਲਾਂ ਕਰੋਨਾ ਦਾ ਟੀਕਾ ਫ੍ਰੀ, ਜਦੋਂ ਲੋਕੀ ਕਲੋਲ ਕਰਦੇ ਸੀ ਵੀ ਇਹ ਤਾਂ ਹੁਣ ਪੈਸਿਆਂ ਦੇ ਵਾਸਤੇ, ਇਹ ਤਾਂ ਹੁਣ ਕਰੋਨਾ ਦੇ ਟੀਕਿਆਂ ਦੇ ਪੈਸੇ ਲੈਣੇ ਆ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਸਭ ਨੂੰ ਫ੍ਰੀ ਟੀਕਾਕਰਨ ਕੀਤਾ, ਸਭ ਤੋਂ ਤੇਜ਼ ਕੀਤਾ। ਫਿਰ ਅਰਥ ਵਿਵਸਥਾ ਤੁਸੀਂ ਸੁਣ ਲਈ ਹੈ, ਸਮਾਰਟਫੋਨ ਦੇ ਵਿੱਚ 1 ਨੰਬਰ 'ਤੇ ਬਣ ਗਿਆ। ਸਮਾਰਟਫੋਨ ਦਾ ਜਿਹੜਾ ਖਪਤਕਾਰ ਹੈ ਨਾ, ਸਭ 1 ਨੰਬਰ ਦੇ ਵਿੱਚ ਦੇਸ਼ ਬਣ ਗਿਆ ਆ। ਇਹ ਦੇਸ਼ ਦੀ ਹਾਲਾਤ ਬਦਲ ਰਿਹਾ। ਤੁਸੀਂ ਦੇਖੋ ਵੀ ਕਰੋੜਾਂ ਲੋਕਾਂ ਨੂੰ ਘਰ ਮਿਲ ਗਿਆ ਆਵਾਸ ਯੋਜਨਾ ਤਹਿਤ, ਜਿਨ੍ਹਾਂ ਦੇ ਕੋਲ ਛੱਤ ਨਹੀਂ ਸੀ। ਕਿਉਂਕਿ ਸਭ ਤੋਂ ਪਹਿਲਾਂ ਗੁੱਡ ਗਵਰਨੈਂਸ ਦਾ ਕੰਮ ਕੀ ਹੁੰਦਾ ਵੀ ਮੂਲਭੂਤ ਸੁਵਿਧਾਵਾਂ ਜਿਹੜੀਆਂ ਥੱਲੜੀਆਂ ਸੁਵਿਧਾਵਾਂ ਉਹ ਲੋਕਾਂ ਨੂੰ ਮਿਲੇ। ਜੇ ਕਿਸੇ ਕੋਲ ਛੱਤ ਹੀ ਨਹੀਂ ਹੈ ਤੇ ਫਿਰ ਉਹ ਦੇਸ਼ ਦੇ ਵਿੱਚ ਕਿੱਦਾਂ ਮਤਲਬ ਸਰਵਾਈਵ ਕਰੂਗਾ। ਤੇ ਪਹਿਲਾਂ ਕਰੋੜਾਂ ਘਰ ਦਿੱਤੇ ਗਏ ਆ। ਸਿਲੰਡਰ ਯੋਜਨਾ ਦੇ ਵਿੱਚ ਸਿਲੰਡਰ ਦਿੱਤੇ ਗਏ ਆ ਲੋਕ ਫਰੀ। ਕਈ ਵਾਰੀ ਪਹਿਲਾਂ ਕੀ ਹੁੰਦਾ ਸੀ, ਲੱਕੜਾ ਬਾਲ ਕੇ, ਕੋਲਾ ਬਾਲ ਕੇ ਵੀ ਕਰ ਦਿੰਦੇ ਸੀ, ਪਰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਹਰ ਘਰ ਜਲ ਦੇਖੋ ਅਸੀਂ 21ਵੀਂ ਸਦੀ 'ਚ ਪ੍ਰਵੇਸ਼ ਕਰ ਗਏ ਸੀ, ਪਰ ਕਈ ਇਹੋ ਜਿਹੇ ਘਰ ਸੀ ਜਿੱਥੇ ਪਾਣੀ ਨਹੀਂ ਪਹੁੰਚਦਾ ਸੀ, ਤੇ ਉਹ ਪਾਣੀ ਪਹੁੰਚਾਇਆ ਹਰ ਘਰ ਜਰ ਹਲ। ਉਹ ਨੀਂਹ ਰੱਖੀ ਗਈ ਆ। ਕਿਸਾਨਾਂ ਨੂੰ 2,83,000 ਕਰੋੜ ਰੁਪਏ ਕਿਸਾਨਾਂ ਨੂੰ ਸਿੱਧੇ ਖਾਤਿਆਂ ਦੇ ਵਿੱਚ ਗਿਆ। ਇਹ ਦੇਸ਼ ਦੀ ਅਰਥ ਵਿਵਸਥਾ ਕਿੰਨੇ ਸ਼ੁਰੂ ਕੀਤੀ, ਸੰਸਕ੍ਰਿਤੀ ਵਧਾਵਾ ਦਿੱਤਾ। ਅੱਜ ਜਿਹੜੇ ਪੇਪਰ ਹੁੰਦੇ ਸੀਗੇ, ਜਿਹੜੇ BSF ਦੇ ਪੇਪਰ ਸੀ, CRP ਦੇ ਸੀਗੇ ਜਾਂ ਦੂਜੇ ਪੇਪਰ ਸੀਗੇ ਜਾਂ ਇੰਟੈਲੀਜੈਂਸ ਬਿਊਰੋ ਦੇ ਪੇਪਰ, ਕੇਂਦਰ ਸਰਕਾਰ ਨਾਲ ਸੰਬੰਧਿਤ ਜਿਹੜੇ ਚੀਜ਼ਾਂ ਹੁੰਦੀਆਂ ਸੀ ਉਹਦੇ ਪੇਪਰ ਅੱਗੇ ਕੀ ਹੁੰਦਾ ਸੀ, ਇੰਗਲਿਸ਼ 'ਚ ਹੁੰਦੇ ਸੀ, ਫਿਰ ਬਾਅਦ 'ਚੋਂ ਹਿੰਦੀ 'ਚ ਹੋਏ ਸੀ। ਪਰ ਇਹ ਉਹਨਾਂ ਨੇ ਕੀ ਕੀਤਾ, ਮਾਤਰ ਭੂਮੀ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਪੰਜਾਬੀ 'ਚ ਦੇ ਸਕਦੇ। ਸਾਡੇ ਵਾਸਤੇ ਕਿੱਡੀ ਮਾਣ ਦੀ ਗੱਲ ਹੈ। ਗੁਜਰਾਤ ਵਾਲਾ ਗੁਜਰਾਤੀ ਦੇ ਸਕਦਾ, ਕੋਈ ਮਰਾਠੀ ਵਾਲਾ ਮਰਾਠੀ 'ਚ ਦੇ ਸਕਦਾ। ਇਹ ਬੜਾ ਵੱਡਾ ਉਹਨਾਂ ਨੇ ਕੰਮ ਕੀਤਾ। ਇਹ ਦੇਸ਼ ਦੀ ਸੰਸਕ੍ਰਿਤੀ ਨੂੰ ਬੜਾਵਾ ਦਿੱਤਾ। ਤੇ ਉਹ ਨਿਸ਼ਾਨੀਆਂ ਜਿਹੜੇ ਮੁਗਲਾਂ ਨੇ ਮਿਟਾਤੀਆਂ ਸੀ, ਉਹ ਨਿਸ਼ਾਨੀਆਂ ਦੁਆਰਾ ਬਣ ਰਹੀਆਂ। ਕਰਤਾਰਪੁਰ ਸਾਹਿਬ ਦਾ ਲਾਂਘਾ, ਜਿਹੜਾ ਇੱਕ ਦੇਸ਼ ਦੇ ਪ੍ਰਧਾਨ ਮੰਤਰੀ, ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੰਡ ਦੇ ਨਾਮ ਤੇ 3 ਕਿਲੋਮੀਟਰ ਦਾ ਰਸਤਾ ਸੀ, ਉਹ ਵੰਡ ਦਿੱਤਾ ਗਿਆ ਸੀ। ਉਹ ਰਸਤਾ ਖੋਲ੍ਹਿਆ ਗਿਆ। ਸ਼੍ਰੀ ਕਰਤਾਰਪੁਰ ਸਾਹਿਬ ਦਾ ਵੀਰ ਬਾਲ ਦਿਵਸ ਮਨਾਇਆ ਗਿਆ, ਛੋਟੇ ਸਾਹਿਬਜ਼ਾਦੇ ਦਾ ਸ਼ਹਾਦਤ ਦਿਵਸ। ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦਾ ਫਰਮਾਨ ਹੋਇਆ ਸੀਗਾ,
ਉੱਥੇ ਝੰਡੇ ਚੁੱਲੇ, ਉੱਥੇ ਜਕਾਰੇ ਲੱਗੇ, ਗੁਰੂ ਤੇਗ ਬਹਾਦਰ ਜੀ ਦੀ ਗੱਲ ਕੀਤੀ ਗਈ ਹੈ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੂੰ ਪਤਾ ਕਿ ਦੇਸ਼ ਦੇ ਹਾਲਾਤ ਕਿੱਦਾਂ ਸੁਧਾਰਨੇ। ਮੈਂ ਸਮਝਾਂ 9 ਸਾਲਾਂ ਦੇ ਵਿੱਚ ਬਹੁਤ ਇਹੋ ਜਿਹੇ ਕੰਮ ਹੈ ਜਿਹੜੇ ਦੇਸ਼ ਦੇ ਵਿੱਚ ਕੀਤੇ ਆ। ਕਣਕ ਦੇ ਆਟਾ ਦਾਲ ਦੇ ਵਿੱਚ ਅਸੀਂ ਦੇਸ਼ ਦੂਜੇ ਨੰਬਰ ਦੇ ਵਿੱਚ ਹੈ, ਗਰੋ ਕਰਨ ਦੇ ਵਿੱਚ ਬੜੇ ਚੀਜ਼ਾਂ ਦੇ ਅਸੀਂ ਦੂਜੇ ਨੰਬਰ ਦੇ ਵਿੱਚ। ਅੱਜ ਤੁਸੀਂ ਦੇਖੋ ਜਦੋਂ ਪ੍ਰਧਾਨ ਮੰਤਰੀ ਕਿਸੇ ਦੇਸ਼ 'ਚ ਵੀ ਜਾਂਦੇ ਆ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਨੂੰ ਜਦੋਂ ਮਾਣ ਮਿਲਦਾ ਨਾ, ਜਦੋਂ ਤੇ ਸਨਮਾਨ ਮਿਲਦਾ, ਕੋਈ ਪੈਰੀ ਹੱਥ ਲਾ ਰਿਹਾ PM, ਕੋਈ ਰਾਸ਼ਟਰਪਤੀ ਉਹਨੂੰ ਮਿਲ ਰਿਹਾ, ਕੋਈ ਜੱਫੀ ਪਾ ਕੇ ਮਿਲ ਰਿਹਾ, ਕੋਈ ਮਾਣ ਸਤਿਕਾਰ ਕਰ ਰਿਹਾ, ਉਹ ਇਕੱਲੇ ਪ੍ਰਧਾਨ ਮੰਤਰੀ ਦਾ ਮਾਣ ਸਤਿਕਾਰ ਨਹੀਂ ਹੁੰਦਾ, ਉਹ ਸਾਰੇ ਉਹ ਹਰ ਵਿਅਕਤੀ ਦਾ ਸਨਮਾਨ ਹੁੰਦਾ ਜਿਹੜਾ ਦੇਸ਼ 'ਚ ਰਹਿੰਦਾ। ਉਹ ਮੈਂ ਸਮਝਦਾ ਜਿੱਤੇ ਕਹਿੰਦੇ ਸੀ 56 ਇੰਚ ਦਾ ਸੀਨਾ ਕਹਿੰਦੇ ਸੀ ਮੋਦੀ ਸਾਹਿਬ ਦਾ, ਮੈਂ ਕਹਿੰਦਾ ਜਦੋਂ ਪ੍ਰਧਾਨ ਮੰਤਰੀ ਦੇ ਪੈਰੀ ਹੱਥ ਇੱਕ ਪ੍ਰਧਾਨ ਮੰਤਰੀ ਨੇ ਲਾਏ, ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਬੋਸ ਕਹਿ ਰਿਹਾ ਵੀ ਇਹ ਬੋਸ ਹੈ, ਤੇ ਫਿਰ ਉਹ ਸਾਡਾ ਸੀਨਾ ਵੀ 56 ਇੰਚ ਦਾ, ਮਤਲਬ ਕਹਿਣ ਦਾ ਮਤਲਬ ਹੁੰਦਾ ਚੌੜਾ ਹੋ ਜਾਂਦਾ ਸਾਡਾ ਸੀਨਾ। ਤੇ ਇਹ ਬੜੀ ਵੱਡੀ ਗੱਲ ਆ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਜਿਹਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ, ਜਿਨ੍ਹਾਂ ਦਾ ਆਪਣੇ ਘਰ ਨਾਲ ਮੋਹ ਨਹੀਂ ਹੈਗਾ, ਸਿਰਫ ਦੇਸ਼ ਨਾਲ ਮੋਹ ਹੈ। ਤੁਸੀਂ ਅਯੋਗੀ ਸਾਹਿਬ ਦੀ ਗੱਲ ਕਰ ਲਓ, ਉਹਨਾਂ ਦੀ ਭੈਣ ਦੀ ਗੱਲ ਕਰ ਲਈਏ, ਤੇ ਅੱਜ ਵੀ ਝੁੱਗੀ ਚੌਂਪੜੀ 'ਚ ਜਿੱਦਾਂ ਰਹਿ ਰਹੇ, ਜਿੱਦਾਂ ਆਮ ਲੋਕ ਛੱਤ ਜਿਹਦਾ ਮਕਾਨ 'ਚ ਰਹਿ ਰਹੇ, ਤੇ ਉੱਦਾਂ ਹੀ ਰਹਿ ਰਹੇ ਆ। ਤੇ ਇਹ ਚੀਜ਼ ਇੱਕ ਸਮਝਣੀ ਪੈਣੀ ਹੈ ਕਿ ਦੇਸ਼ ਦੀ ਸੇਵਾ ਕਰਨ ਵਾਲੇ ਕੌਣ ਆ, ਦੇਸ਼ ਨੂੰ ਲੁੱਟਣ ਵਾਲੇ ਕੌਣ ਸੀਗੇ। ਤੇ 9 ਸਾਲ ਦੇ ਵਿੱਚ ਬੜੇ ਕੰਮ ਕੀਤੇ। 1 ਸਾਲ ਹੋਰ ਹੈਗਾ, ਲਾਸਟ ਵਾਲਾ ਸਾਲ ਹੈ। ਲਾਸਟ ਵਾਲੇ ਸਾਲ 'ਚ ਅਸੀਂ ਜਿਹੜੀਆਂ ਮੋਦੀ ਸਰਕਾਰ ਦੀਆਂ, ਭਾਜਪਾ ਦੀਆਂ ਜਿਹੜੀਆਂ ਸਾਡੀਆਂ ਸਕੀਮਾਂ ਘਰ ਘਰ ਤੱਕ ਪਹੁੰਚਾਵਾਂਗੇ, ਵੀ ਕੋਈ ਸਕੀਮ ਰਵੇ ਨਾ ਜਿਹਦੇ ਨਾਲ ਦੇਸ਼ ਦੇ ਵਿੱਚ ਕੋਈ ਇਨਸਾਨ ਵਾਂਝਾ ਨਾ ਰਹਿ ਜਾਵੇ। ਆਖਿਰ ਕਤਾਰ ਦੇ ਆਖਰਲਾ ਬੰਦੇ ਤੱਕ ਜਿਹੜਾ ਲਾਸਟ ਸਟੈਪ ਤੇ ਵੀ ਖੜਾ, ਉਹਨੂੰ ਵੀ ਸਤਿਕਾਰ ਪਹੁੰਚਾਉਣਾ, ਹਰ ਚੀਜ਼ ਪਹੁੰਚਾਉਣੀ, ਇਸ ਦੇ ਉੱਤੇ ਕੰਮ ਕਰ ਰਹੇ। ਤੇ ਮੈਂ ਸਮਝਦਾ ਵਧਾਈ ਹੈ, ਤੇ ਪ੍ਰਮਾਤਮਾ ਕਰੇ ਮੋਦੀ ਸਾਹਿਬ ਨੂੰ ਹੋਰ ਸ਼ਕਤੀ ਦੇਵੇ ਤਾਂ ਦੇਸ਼ ਨੂੰ ਹੋਰ ਉਚਾਈਆਂ ਤੇ ਲੈ ਕੇ ਜਾ ਸਕੇ। ਸਰ 2024 ਦੇ ਵਿੱਚ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ, ਤਾਂ ਉਸ ਬਾਰੇ ਸਰ ਕੋਈ ਡੇਟ ਐਲਾਨੀ ਗਈ ਜਾਂ ਕੁਝ ਉਸ ਬਾਰੇ ਤੁਸੀਂ ਅਪਡੇਟ ਦੇਣਾ ਚਾਹੁੰਦੇ ਹੋ? ਔਰ ਕੀ ਏਜੰਡਾ ਲੈ ਕੇ ਬੀਜੇਪੀ ਜਿਹੜਾ ਕਿ 2024 ਦੇ ਜੋ ਇਲੈਕਸ਼ਨ ਹੋਣਗੇ ਤਾਂ ਕਿਸ ਤਰ੍ਹਾਂ ਦੇ? ਜਿਹੜੀ 2024 ਦੇ ਵਿੱਚ ਜਦੋਂ ਸਰਕਾਰ ਦਾ ਟਾਈਮ ਪੂਰਾ ਹੋਣ ਵਾਲਾ ਹੁੰਦਾ, ਉਹ ਇਲੈਕਸ਼ਨ ਕਮਿਸ਼ਨ ਨੇ ਚੋਣ ਕਰਾਣੀ ਹੁੰਦੀ ਹੈ, ਤੇ ਉਹ ਤਾਂ ਹੁਣੇ 2024 ਦੇ ਵਿੱਚ ਇਲੈਕਸ਼ਨ 'ਚ ਸਟਾਰਟਿੰਗ 'ਚ ਮਾਰਚ ਅਪ੍ਰੈਲ 'ਚ ਹੋ ਜਾਊਗਾ, ਮਈ 'ਚ ਹੋ ਜਾਊਗਾ, ਇਹ ਤਾਂ ਹੁਣੇ ਇਲੈਕਸ਼ਨ ਤਾਂ ਰੁਕਣੇ ਨਹੀਂਗੇ। ਪਰ ਸਾਡੀ ਇੱਕੋ ਇੱਕ ਹੁੰਦੀ ਆ, ਅਸੀਂ ਇਕੱਲੇ ਇਲੈਕਸ਼ਨ ਮੋਡ 'ਚ ਕੰਮ ਨਹੀਂ ਕਰਦੇ। ਸਾਡਾ ਜਦੋਂ ਸਾਡੇ ਕੋਲ 2 ਸੀਟਾਂ ਸੀ, ਅਟਲ ਬਿਹਾਰੀ ਵਾਜਪੇਈ ਸਾਹਿਬ ਕਹਿੰਦੇ ਸੀ ਕੋਈ ਨਹੀਂ ਕਮਲ ਖਿਲੇਗਾ, ਹਮ ਕਾਮ पे ਕਮਲ ਖਿਲਾएंगे। ਤੇ ਕੰਮ ਤੇ ਕਮਲ ਖਿਲਿਆ, ਕੰਮ ਕਰ ਰਹੇ ਆ ਤੇ ਕਮਲ ਖਿਲਿਆ। ਜਿਸ ਸਟੇਟ ਦੇ ਵਿੱਚ ਕਮਲ ਖਿਲ ਜਾਂਦਾ ਹੈ, ਭਾਜਪਾ ਦੀ ਸਰਕਾਰ ਆ ਜਾਂਦੀ ਹੈ, ਉਹ ਸਟੇਟ ਤਰੱਕੀ ਕਰ ਜਾਂਦੀ ਹੈ। ਗੁਜਰਾਤ ਦੇਖੋ, ਅੱਜ ਗੁਜਰਾਤ ਕਿੰਨਾ ਤਰੱਕੀ ਕਰ ਰਿਹਾ, ਉੱਥੇ ਇੱਕ ਡੁਲੇਰਾ ਸਿਟੀ ਬਣ ਰਹੀ ਹੈ ਜਿਹੜੀ ਵਰਲਡ ਲੈਵਲ ਤੇ ਦੁਬਈ ਤੋਂ ਵੀ ਵਧੀਆ ਬਣ ਰਹੀ ਹੈ, ਉਹ ਜਿਹੜੀ ਦਿੱਲੀ ਤੋਂ ਵੀ ਡਬਲ ਹੈ। ਇਹ ਸਾਡੀ ਇੱਕ ਕਾਰਜਕਾਰੀ। ਹੁਣ ਯੂਪੀ ਦੇ ਵਿੱਚ ਜਦੋਂ ਅਸੀਂ ਨਾਮ ਲੈਂਦੇ ਸੀ, ਕਹਿੰਦੇ ਯੂਪੀ ਬਿਹਾਰ ਬਣਾਉਣਾ ਪੰਜਾਬ ਨੂੰ, ਯੂਪੀ ਬਿਹਾਰ ਬਣਾਉਣਾ। ਅੱਜ ਯੂਪੀ ਬਿਹਾਰ ਅਸੀਂ ਪੰਜਾਬ ਵਾਲਿਆਂ ਨੂੰ ਕਹਿੰਦੇ ਨਹੀਂ, ਇਸ ਯੂਪੀ ਬਿਹਾਰ ਦੀ ਮੋਡਲ ਦਿੰਦੇ ਵੀ। ਉੱਥੇ ਕਿਹਾ ਨਹੀਂ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਕਿਹਾ ਕਿ ਜੇ ਯੋਗੀ ਸਾਹਿਬ ਹੁੰਦੇ, ਭਾਜਪਾ ਦੀ ਸਰਕਾਰ ਹੁੰਦੀ, ਤੇ ਸ਼ਾਇਦ ਇੱਥੇ ਮੇਰਾ ਪੁੱਤ ਨਾ ਮਰਦਾ। ਤੇ ਅੱਜ ਉਹਦੀਆਂ ਐਗਜ਼ਾਮਪਲਾਂ ਦੇ ਰਹੇ। ਕਿਉਂ ਦੇ ਰਹੇ ਆ? ਕਿਉਂਕਿ ਉੱਥੇ ਬਦਮਾਸ਼ੀ ਖਤਮ ਕੀਤੀ, ਗੁੰਡਾਗਰਦੀ ਖਤਮ ਕੀਤੀ, ਉੱਥੇ ਮੁਸਲਮਾਨ ਭਾਈਚਾਰੇ ਨੂੰ ਵੀ ਤਰੱਕੀ ਦਿੱਤੀ, 3 ਤਲਾਕ ਖਤਮ ਕੀਤੇ। ਇੱਕ ਹੋਰ ਤੁਸੀਂ ਵੀ ਦੇਖੋ, ਇੱਕ ਗੱਲ ਨੂੰ ਸਮਝਦੇ ਹੋ, ਇੱਕ ਲੜਕੀ ਹਰ ਗੱਲ ਨੂੰ ਸਮਝ ਸਕਦੀ ਹੈ ਕਿ ਔਰਤ ਵਾਸਤੇ ਕਿੰਨੀ ਵੱਡੀ ਗੱਲ ਸੀ ਵੀ 3 ਤਲਾਕ ਦਾ ਸੀਗਾ, ਵੀ ਤਲਾਕ ਚੱਲ ਜਾਓ ਆਪਣੇ ਘਰ ਨੂੰ। ਇਹ ਕੋਈ ਜ਼ਿੰਦਗੀ ਦੀ ਕੀਮਤ ਨਹੀਂ ਸੀ। ਉਹ ਅੱਜ ਉਹ ਔਰਤਾਂ ਕੀ ਕਹਿ ਰਹੀਆਂ ਵੀ ਮੋਦੀ ਸਾਹਿਬ ਵਰਗਾ ਦਰਵੇਸ਼ ਬੰਦਾ ਚਾਹੀਦਾ ਜਿਹਨੇ ਸਾਨੂੰ ਆਜ਼ਾਦ ਕਰਾਇਆ। ਤੇ ਮੁਸਲਮਾਨ ਭਰਾ ਵੀ ਕਹਿ ਰਹੇ ਜਿਨ੍ਹਾਂ ਨੂੰ ਛੱਤਾਂ ਮਿਲੀਆਂ, ਇਕੱਲੇ ਹਿੰਦੂ ਭਰਾ ਨਹੀਂ ਕਹਿ ਰਹੇ, ਸਿੱਖ ਭਰਾ ਨਹੀਂ ਕਹਿ ਰਹੇ, ਮੁਸਲਮਾਨ ਭਰਾ ਵੀ ਕਹਿ ਰਹੇ, ਕ੍ਰਿਸਚਨ ਭਰਾ ਵੀ, ਕ੍ਰਿਸਚਨ ਵੀ ਮਿਲ ਰਹੇ। ਇਹ ਹਰ ਜੇ ਸਾਡਾ ਸੀਗਾ ਵੀ ਸਭ ਕਾ ਸਾਥ ਸਭ ਕਾ ਵਿਕਾਸ, ਉੱਤੇ ਕੰਮ ਕਰ ਰਿਹਾ। ਤੇ ਮੈਂ ਕਹਿੰਦਾ 1 ਸਾਲ ਦੇ ਵਿੱਚ ਹੋਰ ਬੜੇ ਪਲੰਘਾ ਪੱਟਾਂਗੇ, ਦੇਸ਼ ਨੂੰ ਅੱਗੇ ਦੀਆਂ ਰਾਹਾਂ ਤੇ ਲੈ ਕੇ ਜਾਵਾਂਗੇ। ਸਰ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਗੈਂਗਵਾਰ ਇੰਨਾ ਜ਼ਿਆਦਾ ਕਿ ਅੱਜ ਸਿੱਧੂ ਮੂਸੇਵਾਲੇ ਦੀ ਜਿਸ ਤਰ੍ਹਾਂ ਬਰਸੀ ਹੈ, ਅੱਜ ਉਹਨਾਂ ਨੂੰ 1 ਸਾਲ ਹੋ ਗਿਆ ਮੌਤ ਨੂੰ, ਪਰ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਜੋ ਫਾਦਰ ਮਦਰ ਨੇ ਹਾਲੇ ਵੀ ਜਿਹੜਾ ਕੀ ਹੈ ਉਹ ਇਨਸਾਫ ਦੇ ਲਈ ਲਗਾਤਾਰ ਕਰ ਰਹੇ ਨੇ। ਤਾਂ ਪੰਜਾਬ ਦੇ ਵਿੱਚ ਗੈਂਗਵਾਰ ਨੂੰ ਖਤਮ ਕਰਨ ਲਈ ਤੁਸੀਂ ਕੀ ਏਜੰਡਾ ਨੈਕਸਟ ਲੈ ਕੇ ਜਾ ਰਹੇ ਹੋ? ਦੇਖੋ 92 MLA ਆਮ ਆਦਮੀ ਪਾਰਟੀ ਦੇ ਆਏ ਆ, ਉਦੋਂ ਨਾ ਤਾਂ ਕੋਈ ਕਾਂਗਰਸ ਆਪਸ਼ਨ ਸੀ, ਲੋਕੀ ਕਾਂਗਰਸ ਤੋਂ ਵੀ ਤੰਗ ਸੀ, ਅਕਾਲੀ ਦਲ ਤੋਂ ਵੀ ਤੰਗ ਸੀ। ਭਾਜਪਾ ਵਾਲੇ ਆਪਸ਼ਨ 'ਚ ਸੀ ਨਹੀਂ, ਕਿਉਂਕਿ ਭਾਜਪਾ ਨੂੰ ਹਲੇ ਉਸੇ ਵੇਲੇ ਪਹੁੰਚੇ ਹੀ ਸੀਗੇ। ਅਸੀਂ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਨੂੰ ਲੱਗਿਆ ਸੀਗਾ ਕਿਸਾਨੀ ਮੋਰਚੇ ਦੇ ਵਿੱਚ ਸਾਡਾ ਕੁਝ ਨੈਰੇਟਿਵ ਜਿਹੜਾ ਲੋਕਾਂ ਵੱਲੋਂ ਸੈੱਟ ਕਰ ਦਿੱਤਾ ਗਿਆ ਸੀ, ਲੋਕਾਂ ਨੇ ਉਮੀਦ ਨਹੀਂ ਜਿਤਾਈ ਸੀ। ਉਹਨਾਂ ਨੇ ਉਮੀਦ ਜਿੱਤੀ ਆਮ ਆਦਮੀ ਪਾਰਟੀ। ਦੇਖੋ ਆਮ ਆਦਮੀ ਪਾਰਟੀ ਨੂੰ ਵਧਾਈ ਸੀ, ਜਿੱਤੇ ਸੀ 92 MLA। ਸਾਨੂੰ ਵੀ ਲੱਗਦਾ ਸੀ ਸ਼ਾਇਦ ਕੁਝ ਚੰਗਾ ਆਊਗਾ, ਨਵੇਂ ਬੰਦੇ ਆਏ ਆ ਵਿਧਾਨ ਸਭਾ 'ਚ ਬੈਠੇ, ਕੁਝ ਚੰਗਾ ਕਰਨਗੇ, ਪਰ ਚੰਗਾ ਨਹੀਂ ਹੋਇਆ। ਜਿੱਦਾਂ ਤੁਸੀਂ ਕਹਿ ਰਹੇ ਹੋ, ਬਿਲਕੁਲ ਹਰ ਬੰਦੇ ਦੇ ਮੂੰਹ ਦੇ ਵਿੱਚ ਗੱਲ ਜੀ ਇਹੀ ਹੈ ਕਿ ਗੁੰਡਾਗਰਦੀ ਵੱਧ ਗਈ, ਨਸ਼ਾ ਸਕੂਲਾਂ ਦੇ ਵਿੱਚ ਨਸ਼ਾ ਪਹੁੰਚ ਗਿਆ। 12 14 15 ਸਾਲ ਦੇ ਬੱਚੇ ਨਸ਼ਾ ਕਰਨ ਲੱਗ ਪਏ ਆ। ਸਾਡੀਆਂ ਭੈਣਾਂ ਜਿਹੜੀਆਂ ਨਸ਼ੇ ਤੋਂ ਬਚੀਆਂ ਸੀ ਉਹ ਵੀ ਕਰਨ ਲੱਗ ਪਈਆਂ, ਨੌਜਵਾਨ ਤਾਂ ਕਰ ਹੀ ਰਹੇ। ਹੁਣ ਦੋ ਹੀ ਗੱਲਾਂ ਪੰਜਾਬ 'ਚ ਚੱਲ ਰਹੀਆਂ। ਜੇ ਯੂਪੀ ਬਿਹਾਰ ਵਾਲਿਆਂ ਨੂੰ ਪੁੱਛੋ, ਉੱਤਰਾਖੰਡ ਵਾਲਿਆਂ ਨੂੰ ਪੁੱਛੋ ਕੀ ਬਣਨਾ ਬੱਚਿਆਂ ਨੂੰ, ਉਹ ਕਹਿਣਗੇ IPS ਬਣਨਾ, UPSC ਕਰਨੀ ਹੈ, IRS ਬਣਨਾ, IFS ਬਣਨਾ। ਤੇ ਜੇ ਹਰਿਆਣੇ ਚਲ ਜਾਓ, ਕਹਿਣਗੇ ਅਸੀਂ ਖਿਡਾਰੀ ਬਣਨਾ। ਤੇ ਜੇ ਅਸੀਂ ਪੰਜਾਬ ਦੇ ਬੱਚਿਆਂ ਨੂੰ ਪੁੱਛਦੇ ਆ, ਪੰਜਾਬ ਦੇ ਬੱਚਿਆਂ ਕੋਲ 2 ਹੀ ਗੱਲਾਂ ਦਿਖਦੀਆਂ ਪਈਆਂ। ਇੱਕ ਕਹੂਗੇ ਬਾਹਰ ਜਾਣਾ, ਦੂਜਾ ਪਤਾ ਲੱਗਦਾ ਵੀ ਨਸ਼ੇ 'ਚ ਗਲਿਤਾਨ ਹੋ ਗਿਆ ਤੇ ਮਾਪਿਓ ਡਰਦੇ, ਮਾਪਿਓ ਕਹਿੰਦੇ ਭਾਈ ਬਾਹਰ ਹੀ ਚਲ ਜਾ।
ਵੀ ਨਸ਼ੇ ਨਾਲ ਨੂੰ ਮਰਨ ਨਾਲ ਚੰਗਾ ਬਾਹਰ ਜਾਏਗਾ, ਮਿਹਨਤ ਕਰੇਗਾ। ਤਾਂ ਇਹੀ ਕਾਰਨ ਕਹਿ ਸਕਦੇ ਬਾਹਰ ਜਾਣ ਦਾ। ਕਾਰਨ ਆਮ ਆਦਮੀ ਪਾਰਟੀ ਨੂੰ ਸਮਝਣਾ ਚਾਹੀਦਾ। ਭਗਵੰਤ ਮਾਨ ਜੀ ਨੂੰ ਮੰਡੇਟ ਮਿਲਿਆ ਸੀਗਾ, ਉਹ ਇਸ ਕਰਕੇ ਮਿਲਿਆ ਸੀ ਕਿ ਕੁਝ ਚੰਗਾ ਕਰਨਗੇ, ਚੰਗਾ ਨਹੀਂ ਕੀਤਾ। ਉਹ ਰਿਮੋਟ ਕੰਟਰੋਲ ਨਾਲ ਚੱਲ ਰਹੇ ਆ, ਜਿੱਦਾਂ ਕੇਜਰੀਵਾਲ ਸਾਹਿਬ ਉੱਤੋਂ ਰਿਮੋਟ ਕੰਟਰੋਲ ਚਲਾਉਂਦੇ ਆ ਉਹ ਚੱਲੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਉਹ ਕੇਜਰੀਵਾਲ ਸਾਹਿਬ ਤੋਂ ਵੱਡੇ ਜੇ ਦੇਖਿਆ ਜਾਵੇ, ਸਟੇਟ ਵਾਈਜ਼ ਦੇਖਿਆ ਜਾਵੇ, ਕਿਉਂਕਿ ਉਹ ਸਟੇਟ ਦੇ ਅਧਿਕਾਰ ਕੇਂਦਰ ਸਰਕਾਰ ਕੋਲ ਹੈਗੇ ਆ ਤੇ ਇੱਥੇ ਤਾਂ ਸਾਰੀ ਸਰਕਾਰ ਇਹਨਾਂ ਦੀ ਆ, ਪੁਲਿਸ ਇਹਨਾਂ ਕੋਲੋਂ, ਸਾਰਾ ਪ੍ਰਸ਼ਾਸਨ ਇਹਨਾਂ ਕੋਲੋਂ, ਫਿਰ ਵੀ ਆਪਾਂ ਕੰਮ ਨਹੀਂ ਕਰ ਪਾ ਰਹੇ ਤੇ ਫਿਰ ਦੂਜੇ ਨੂੰ ਦੋਸ਼ ਨਾ ਦਈਏ। ਫਿਰ ਆਪਣੇ ਆਪ ਅਸਤੀਫਾ ਦੇਣਾ ਚਾਹੀਦਾ ਇਸ ਗੱਲ ਦੇ ਉੱਤੇ, ਇਹਨਾਂ ਨੂੰ ਮੰਨਣਾ ਚਾਹੀਦਾ ਵੀ ਇਹ ਸਾਡੇ ਕੋਲ ਗਲਤੀ ਹੈ, ਜਾਂ ਆਪਣੇ ਬਿਹਾਫ ਤੇ ਕੰਮ ਕਰਨ। ਭਗਵੰਤ ਮਾਨ ਜੀ ਪੰਜਾਬੀ ਪੁੱਤਰ ਬਣ ਕੇ ਕਰਨ ਵੀ ਮੈਂ ਪੰਜਾਬ ਦਾ ਭਲਾ ਕਰਨਾ, ਪਰ ਪੰਜਾਬ ਦਾ ਭਲਾ ਨਹੀਂ ਕਰ ਰਹੇ। ਕੇਜਰੀਵਾਲ ਸਾਹਿਬ ਕਹਿੰਦੇ ਮਹਾਰਾਸ਼ਟਰ ਚਲੋ, ਮਹਾਰਾਸ਼ਟਰ ਚਲ ਜਾਂਦੇ ਹੋ। ਕੇਜਰੀਵਾਲ ਸਾਹਿਬ ਕਹਿੰਦੇ ਕਰਨਾਟਕਾ ਚਲੋ, ਹਿਮਾਚਲ ਚਲੋ, ਉੱਥੇ ਜਾ ਕੇ ਵੱਡੀਆਂ ਵੱਡੀਆਂ ਛੇਖੀਆਂ ਮਾਰਦੇ। ਇੱਥੇ ਪੰਜਾਬ ਦੇ ਲੋਕ ਰੋਂਦੇ ਪਏ ਆ। ਉਹ ਬੰਦਿਆਂ ਨੂੰ ਚੁੱਪ ਕਰਾਓ ਜਿਹੜੇ ਪੰਜਾਬ ਦੇ ਲੋਕ ਰੋ ਰਹੇ। ਜੇ ਸਿੱਧੂ ਮੂਸੇਵਾਲੇ ਦੀ ਮਾਂ ਪਿਓ ਅੱਜ ਰੋ ਰਹੇ ਆ, ਬਰਸੀ ਆ ਉਹਨਾਂ ਦੀ, ਕਦੀ ਮਾਂ ਪਿਓ ਬਣ ਕੇ ਦੁੱਖ ਦੇਖੋ, ਵੀ ਮਾਂ ਪਿਓ ਬਣ ਕੇ ਦੇਖੋ ਜੇ ਕਿਸੇ ਦਾ ਜਵਾਨ ਬੱਚਾ ਚਲੇ ਜਾਵੇ, ਮੇਰੇ ਖਿਆਲ ਇੱਕ ਮਾਂ ਪਿਓ ਵਾਸਤੇ ਸਭ ਤੋਂ ਔਖਾ ਟਾਈਮ ਹੁੰਦਾ ਆਪਣੇ ਬੱਚੇ ਨੂੰ ਕੰਧਾ ਦੇਣਾ। ਜੇ ਉਹ ਕੰਧਾ ਦੇਣਾ ਪਵੇ ਸਮਝ ਲਓ ਉਸ ਤੋਂ ਮਾੜਾ ਟਾਈਮ ਨਹੀਂ ਹੋ ਸਕਦਾ। ਤੇ ਇਹ ਮਾੜਾ ਟਾਈਮ ਸਿੱਧੂ ਮੂਸੇਵਾਲੇ ਦੇ ਪਰਿਵਾਰ ਤੇ ਆਇਆ ਤੇ ਉਹ ਰੋਣਗੇ, ਧਾਹਾਂ ਮਾਰ ਕੇ ਰੋਣਗੇ। ਪਰ ਇਹ ਹੱਲੇ ਵੀ ਕਹਿੰਦੇ ਵੀ ਇਹ ਤਾਂ ਪੋਲੀਟੀਕਲੀ ਹੈ। ਜਦੋਂ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਕਹਿੰਦਾ ਇਹ ਤਾਂ ਪੋਲੀਟੀਕਲੀ ਹੈ। ਹੱਦ ਹੈ। ਅੱਜ ਵੀ ਅਸੀਂ ਪੋਲੀਟੀਕਲੀ ਗੱਲਾਂ ਕਰ ਰਹੇ। ਫਿਰ ਜਦੋਂ ਤੁਹਾਡੇ ਪਹਿਲੀਆਂ ਸਰਕਾਰਾਂ 'ਚ ਧਰਨੇ ਦਿੰਦੇ ਹੁੰਦੇ ਸੀ ਉਦੋਂ ਕਿਉਂ ਕਹਿੰਦੇ ਹੁੰਦੇ ਸੀ? ਉਦੋਂ ਟੈਂਕੀਆਂ ਤੇ ਕਿਉਂ ਲਾਉਂਦੇ ਹੁੰਦੇ ਸੀ ਲੋਕਾਂ ਨੂੰ ਜਾ ਕੇ? ਇਹ ਝੂਠੀ ਸਰਕਾਰ ਹੈ। ਮੈਂ ਸਮਝਦਾ PhD ਕਰਨੀ ਹੋਵੇ ਝੂਠ ਦੀ ਤੇ ਸਰਕਾਰ ਤੋਂ ਕੀਤੀ ਜਾ ਸਕਦੀ। ਤੇ ਸਰ ਕੀ ਮੈਸੇਜ ਦੇਣਾ ਚਾਹੋਗੇ ਲਾਸਟ ਅੱਜ 9 ਸਾਲ ਹੋ ਗਏ ਨੇ ਬੀਜੇਪੀ ਸਰਕਾਰ ਨੂੰ, ਤਾਂ PM ਮੋਦੀ ਨਰਿੰਦਰ ਮੋਦੀ ਜੀ ਨੂੰ ਅੱਜ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਮੋਦੀ ਸਾਹਿਬ ਨੂੰ ਤਾਂ ਬੈਸਟ ਵਿਸ਼ੇਸ ਹੈ, ਕਿਉਂਕਿ ਮੈਂ 2 ਵਾਰੀ ਮਿਲਿਆ, ਮੈਨੂੰ ਮਿਲ ਕੇ ਤਾਂ ਬੜੀ એનર્ਜੀ ਆਈ ਹੈ। ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਆਪਨੇ ਹਮਾਰੇ ਗੁਰੂ ਕੇ ਲਈ ਬਹੁਤ ਕੁਝ ਕੀਤਾ, ਕਹਿੰਦੇ ਹਮਾਰੇ ਵੀ ਤਾਂ ਹੈ, ਆਪਕੀ ਕੇਲੇ ਥੋੜਾ। ਉਹ ਮੋਦੀ ਸਾਹਿਬ ਦੀ ਤਾਂ ਉਹਨਾਂ ਦਾ ਸਾਰੇ ਪਾਸੇ ਇੱਕ ਚੀਜ਼ ਹੈ, ਉਹ ਤਾਂ ਜੇ ਮੰਦਿਰ ਜਾਂਦੇ ਤਾਂ ਗੁਰਦੁਆਰੇ ਵੀ ਜਾਂਦੇ ਆ, ਮਸਜਿਦ ਵੀ ਜਾਂਦੇ ਆ, ਚਰਚ ਸਭ ਪਾਸੇ ਜਾਂਦੇ, ਸਾਰਿਆਂ ਨਾਲ ਸਾਰੇ ਧਰਮਾਂ ਨਾਲ ਪਿਆਰ ਕਰਦੇ ਆ। ਠੀਕ ਹੈ, ਕੁਝ ਲੋਕਾਂ ਦਾ ਨੈਰੇਟਿਵ ਸੈੱਟ ਕਰਨ ਦਾ ਹੁੰਦਾ, ਉਹਨਾਂ ਨੇ ਆਪਾਂ ਕੰਮ ਕਰੀ ਜਾਣਾ, ਚਾਹੇ ਕਿੰਨੀਆਂ ਪਾਰਟੀਆਂ ਮਰਜ਼ੀ ਇਕੱਠੀਆਂ ਹੋ ਜਾਣ। ਅੱਜ ਤਾਂ ਇੱਕ ਆਚਾਰਿਆ ਜੀ ਜਿਹੜੇ ਹੈਗੇ ਕਾਂਗਰਸ ਦੇ, ਉਹਨਾਂ ਨੇ ਇੱਕ ਟਵੀਟ ਕੀਤਾ, ਵੀ ਉਹ ਟਵੀਟ ਕੀ ਕੀਤਾ, ਕਹਿੰਦੇ ਵੀ ਧਰਮ ਦੀ ਰੱਖਿਆ ਕੀਤੀ ਆ, ਧਰਮ ਦੰਡ ਉੱਥੇ ਲੱਗ ਗਿਆ ਉੱਥੇ ਸੰਸਦ ਦੇ ਵਿੱਚ, ਤੇ ਚਲਾਉਣ ਵਾਲੇ ਗਧੇ ਚਲਾਈ ਜਾ ਰਹੇ ਆ। ਉਹ ਕਾਂਗਰਸੀ ਬੰਦਾ ਕਹਿ ਰਿਹਾ ਵੀ ਗਧੇ ਚਲਾਈ ਜਾ ਰਹੇ। ਠੀਕ ਹੈ, ਵਿਰੋਧਤਾ ਕਰਨ ਦਾ ਨਾ ਇੱਕ ਪੈਮਾਨਾ ਹੁੰਦਾ। ਵਿਰੋਧਤਾ ਕੋਈ ਕੰਮ ਦੀ, ਕੋਈ ਗਲਤ ਕੰਮ ਕੀਤਾ ਕਰੋ, ਪਰ ਜਿਹੜਾ ਚੰਗਾ ਕੰਮ ਹੋ ਰਿਹਾ, ਜਿਹੜੀ ਆ ਸੰਸਦ ਭਵਨ ਬਣ ਰਿਹਾ, ਉਹ ਸਾਰਿਆਂ ਵਾਸਤੇ ਬਣ ਰਿਹਾ ਕਿ ਇੱਕ ਬੰਦੇ ਵਾਸਤੇ ਬਣ ਰਿਹਾ? ਉੱਥੇ ਤਾਂ ਕੋਈ ਵੀ ਰਹੂਗਾ, ਉਹ ਉੱਥੇ ਹੀ ਰਹੂਗਾ। ਅਟਲ ਬਿਹਾਰੀ ਵਾਜਪੇਈ ਨੇ ਜਿਹੜੇ ਕੋਲੇ ਮੂਰਤ ਕੀਤੇ, ਉਹ ਅਟਲ ਬਿਹਾਰੀ ਵਾਜਪੇਈ ਥੋੜਾ ਉਹਨਾਂ ਦਾ ਆਨੰਦ ਲੈ ਰਹੇ, ਅਗਲੇ ਆਨੰਦ ਲੈ ਰਿਹਾ। ਤੇ ਇਹ ਚੀਜ਼ਾਂ ਬਣ ਰਹੀਆਂ, ਪਤਾ ਨਹੀਂ ਕਿੰਨੀਆਂ ਪੁਸ਼ਤਾਂ ਤੱਕ ਚੱਲਣਾ। ਜਿਹੜਾ ਅੰਗਰੇਜ਼ਾਂ ਦੀ ਧਰੋਹਰ ਬਣੀ ਸੀ, ਉਹ ਅੱਜ ਆਪਣੀ ਹਿੰਦੁਸਤਾਨ ਦੀ ਸੰਸਕ੍ਰਿਤੀ ਦੀ ਧਰੋਹਰ ਬਣੀ ਹੈ। ਤੇ ਸਾਨੂੰ ਕੁਝ ਲੋਕ ਇਹਨੂੰ ਤਾਬੂਤ ਕਹਿ ਰਹੇ ਆ। ਤੇ ਮੈਂ ਤਾਂ ਪਰਮਾਤਮਾ ਦੇ ਅੱਗੇ ਚਰਨਾਂ 'ਚ ਅਰਦਾਸ ਕਰੂੰਗਾ, ਜਿਹੜੇ ਤਾਬੂਤ ਕਹਿ ਰਹੇ ਨੇ, ਇਸ ਸੰਸਦ 'ਚ ਉਹਨਾਂ ਨੂੰ ਜਾਣ ਦਾ ਮੌਕਾ ਹੀ ਨਾ ਮਿਲੇ। ਸਿਰਫ ਉਹ ਬੰਦੇ ਜਾਣ ਜਿਹੜੇ ਇਸ ਨੂੰ ਮੰਦਿਰ ਸਮਝਣ, ਇਸ ਨੂੰ ਗੁਰਦੁਆਰਾ ਸਮਝਣ, ਇਸ ਨੂੰ ਆਪਣਾ ਧਰਮ ਸਥਾਨ ਸਮਝਣ ਤੇ ਲੋਕਾਂ ਦਾ ਭਲਾ ਕਰਨ। ਇਸ ਤੇ ਤਾਂ ਦਾ ਫਾਇਦਾ। ਤੇ ਬਾਕੀ ਦਾ ਲੋਕਾਂ ਨੂੰ ਮੈਸੇਜ ਇਹੀ ਹੈ ਵੀ ਦੁਨੀਆ ਜਾਗ ਰਹੀ ਹੈ, ਦੁਨੀਆ ਬੋਸ ਕਹਿ ਰਹੀ ਹੈ, ਆਸਟ੍ਰੇਲੀਆ ਵਾਲੇ ਲੋਕ ਕਹਿ ਰਹੇ ਵੀ ਬੋਸ ਵਿਸ਼ਵ ਗੁਰੂ, ਉਹਨਾਂ ਨੂੰ ਪਤਾ ਲੱਗ ਰਿਹਾ ਵੀ ਦੇਸ਼ ਵਿਸ਼ਵ ਐਵੇਂ ਨਹੀਂ ਕਹਿ ਰਹੇ, ਵਿਸ਼ਵ ਗੁਰੂ ਬਣ ਰਿਹਾ। ਉਹਨਾਂ ਨੂੰ ਦੇਖ ਰਿਹਾ ਵੀ ਅਰਥ ਵਿਵਸਥਾ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ, ਦੁਨੀਆ ਦੀ ਸਭ ਤੋਂ ਤੇਜ਼ ਅਰਥ ਵਿਵਸਥਾ ਭਾਰਤ ਦੀ। ਉਹਨਾਂ ਨੂੰ ਪਤਾ ਲੱਗ ਰਿਹਾ ਵੀ ਇਹ ਵਿਸ਼ਵ ਗੁਰੂ ਬਣੂਗਾ, ਸਾਰਿਆਂ ਨੂੰ ਲੀਡ ਕਰੂਗਾ। ਜੇ ਯੂਕਰੇਨ ਦੇ ਵਿੱਚ ਯੁੱਧ ਰੋਕ ਸਕਦੇ ਆ, ਯੂਕਰੇਨ ਤੇ ਉਹਦਾ ਰੂਸ ਦਾ ਯੁੱਧ ਰੋਕ ਸਕਦੇ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੀਗੇ। ਤੇ ਜੇ ਆਪਣੇ ਬੱਚਿਆਂ ਨੂੰ ਕੱਢ ਸਕਦੇ ਨਰਿੰਦਰ ਮੋਦੀ ਸੀ। ਇਸ ਕਰਕੇ ਉਹਨਾਂ ਨੂੰ ਵਿਸ਼ਵ ਗੁਰੂ ਕਿਹਾ ਜਾਂਦਾ, ਇਸ ਕਰਕੇ ਉਹਨਾਂ ਨੂੰ ਬੋਸ ਕਿਹਾ ਗਿਆ। ਤੇ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਸਮਝੀਏ, ਅੱਜ ਆਪਾਂ ਜੇ ਸਾਡੇ ਵਰਗੇ ਬੰਦੇ ਸਮਝ ਸਕਦੇ ਤੇ ਸਾਰੇ ਬੰਦੇ ਸਮਝੀਏ, ਆਪਾਂ ਆਪਣੇ ਪੰਜਾਬ ਨੂੰ ਤਰੱਕੀ ਦੇ ਰਾਹਾਂ ਤੇ ਲੈ ਕੇ ਜਾਈਏ। ਜ਼ਰੂਰਤ ਹੈ। ਜੇ ਪੰਜਾਬ ਜਿਹੜਾ 1 ਨੰਬਰ ਦਾ ਸੂਬਾ ਸੀ, ਤਰੱਕੀ ਦੀ ਰਾਹਾਂ ਤੇ ਸਿਮਰਨ ਜੀ ਜਾਏਗਾ ਨਾ, ਤੇ ਫਿਰ ਮੈਂ ਸਮਝਦਾ ਕੋਈ ਸਾਨੂੰ ਢਾਹ ਨਹੀਂ ਸਕਦਾ, ਕਿਉਂਕਿ ਇਹ ਬਾਰਡਰ ਸਟੇਟ ਹੈ, ਬੜੀ ਵੱਡੀ 500 ਕਿੰਨੇ ਕਿਲੋਮੀਟਰ ਦਾ ਬਾਰਡਰ ਹੈ ਇੱਥੇ ਪੈਂਦਾ। ਬੜੇ ਨਾਪਾਕ ਲੋਕ ਬੈਠੇ ਹੋਏ ਆ ਸਾਡੇ ਦੂਜੇ ਪਾਸੇ। ਉਹ ਵੀ ਹੁਣ ਉੱਥੇ ਦੇ ਜਿਹੜੀ ਜਨਤਾ ਹੈ, ਜਨਤਾ ਨਾਪਾਕ ਨਹੀਂ ਹੁੰਦੀ। ਲੀਡਰ ਉੱਥੇ ਦੇ ਨਾਪਾਕ ਆ ਜਿਹੜੇ ਪਾਕਿਸਤਾਨ 'ਚ ਬੈਠੇ, ਪਰ ਜਨਤਾ ਅੱਜ ਮੋਦੀ ਸਾਹਿਬ ਦੀ ਤਾਰੀਫ ਕਰ ਰਹੀ, ਕਹਿੰਦੇ ਸਾਨੂੰ ਮੋਦੀ ਸਾਹਿਬ ਵਰਗਾ ਪ੍ਰਧਾਨ ਮੰਤਰੀ ਚਾਹੀਦਾ। ਪਾਕਿਸਤਾਨੀ ਲੋਕ ਕਹਿ ਰਹੇ ਆ, ਤੇ ਮੈਂ ਉਹਨਾਂ ਲੋਕਾਂ ਦੀ ਤਾਰੀਫ ਕਰਦਾ। ਤੇ ਆਪਾਂ ਵੀ ਸਮਝੀਏ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਰ ਜਗ੍ਹਾ ਤੇ ਨਾ ਭੰਡੀਏ। ਜਦੋਂ ਦੇਸ਼ ਦੀ ਤਰੱਕੀ ਦੀ ਗੱਲ ਆਵੇ ਤੇ ਉੱਥੇ ਆਪਾਂ ਤਾਰੀਫ ਜ਼ਰੂਰ ਕਰੀਏ, ਕਿਉਂਕਿ ਉਹਨਾਂ ਨੇ ਬਹੁਤ ਕੰਮ ਕੀਤੇ ਤੇ ਉਹਨਾਂ ਤੋਂ ਉਮੀਦਾਂ ਵੀ ਬਹੁਤ ਆ ਕੰਮ ਕਰਨ ਦੀਆਂ। ਤੇ ਮੈਂ ਉਮੀਦ ਕਰਦਾ ਤੇ ਜਨਤਾ ਇਹ ਗੱਲ ਪੰਜਾਬ ਦੀ ਸਮਝੇਗੀ ਤੇ ਅਸੀਂ ਦੇਸ਼ ਆਪਣੇ ਪੰਜਾਬ ਸੂਬੇ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗੇ। ਬਹੁਤ ਬਹੁਤ ਕੰਗ੍ਰੈਚੁਲੇਸ਼ਨ ਸਰ ਤੇ ਬਹੁਤ ਬਹੁਤ ਥੈਂਕ ਯੂ। ਧੰਨਵਾਦ। ਸੋ ਇਹ ਸੀਗੇ ਸਾਡੇ ਨਾਲ ਬੀਜੇਪੀ ਦੇ ਲੀਡਰ ਗੁਰਦੀਪ ਸਿੰਘ ਗੋਸ਼ਾ, ਜਿਨ੍ਹਾਂ ਨੂੰ ਅੱਜ ਆਪਾਂ ਸਪੈਸ਼ਲ ਵਿਸ਼ੇਸ ਵੀ ਦਿੱਤੀਆਂ ਨੇ, ਕੰਗ੍ਰੈਚੁਲੇਸ਼ਨ ਵੀ ਕੀਤਾ, ਕਿਉਂਕਿ ਅੱਜ ਬੀਜੇਪੀ ਨੂੰ 9 ਸਾਲ ਹੋ ਗਏ ਨੇ। ਸੋ ਬਹੁਤ ਵਧੀਆ ਜਿਹੜਾ ਕੀ ਕੰਮ ਕਰ ਰਹੇ ਹੈ। ਸੋ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ PM ਨਰਿੰਦਰ ਮੋਦੀ ਵੱਲੋਂ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਨੇ। ਸੋ ਅੱਗੇ ਵੀ ਕਾਫੀ ਕੁਝ ਜਿਹੜਾ ਕੀ ਹੈ ਪੰਜਾਬ ਦੇ ਸੁਧਾਰ ਲਈ ਜਿਹੜਾ ਕੀਤਾ ਜਾਵੇਗਾ। ਹੋਰ ਵੀ ਇਦਾਂ ਦੀ ਅਪਡੇਟਸ ਤੱਕ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ AVP ਨਿਊਜ਼ ਪੰਜਾਬ। ਕੈਮਰਾ ਪਰਸਨ ਬੋਬੀ ਦੇ ਨਾਲ ਮੈਂ ਸਿਮਰਨ।